ਵਾਹਿਗੁਰੂ ਸਾਹਿਬ ਜੀਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਅੰਤ ਨ ਪਾਵਤ ਦੇਵ ਸਵੈ ਮਨ, ਇੰਦਰ ਮਹਾ ਸਿਵ ਜੋ ਕਰੇ। ਪੁਨ ਵੇਦ ਵਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾੜਿਓ ਏਕ ਕਰੇ। ਮਥਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੇ। ਰਾਮਦਾਸ ਗੁਰੂ ਜਗ ਧਾਰਨ ਕੋ, ਗੁਰ ਜੋਤ ਅਰਜਨ ਮਾਏ ਤਰੇ। ਵਾਹਿਗੁਰੂ ਸਾਹਿਬ ਜੀ। ਬਾਝ ਮਹੱਲਾ ਪੰਜਵਾ। ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ। ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ। ਜਾ ਕੈ ਗ੍ਰਹਿ ਨਭ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾਪੋ ਥਾਪਨਹਾਰਾ, ਆਪ ਏਕੰਤੀ ਆਪ ਪਸਾਰਾ। ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਦਿੱਤੇ ਲਹਿਨ ਵੇ ਜੋਗਾ ਜੀਓ। ਅੰਚਲ ਲਾਏ ਸਭ ਸ੍ਰਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ। ਗੁਰ ਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ। ਆਪ ਧੰਤਾ ਦੇ ਜੋਗੋਂ ਵੱਡੇ ਭਾਗਾਂ ਵਾਲਿਓ ਭਾਈ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ। ਸੋ ਅੱਜ ਉਹ ਦਿਨ ਹੈ ਗੁਰਮੁਖੋ, ਜਿਸ ਦਿਨ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ। ਉਹ ਦਿਨ ਚੱਲ ਰਹੇ ਨੇ ਪਿਆਰਿਓ। ਕੋਈ ਵੀ ਕੌਮ ਹੈ, ਹਰ ਕੌਮ ਦਾ ਕੋਈ ਨਾ ਕੋਈ ਸ਼੍ਰੋਮਣੀ ਅਸਥਾਨ ਜ਼ਰੂਰ ਹੁੰਦਾ ਹੈ। ਜਿਹੜੀ ਕੌਮ ਦਾ ਕੋਈ ਸ਼੍ਰੋਮਣੀ ਅਸਥਾਨ ਨਹੀਂ ਹੁੰਦਾ, ਉਹ ਕੌਮਾਂ ਕਦੀ ਕਾਮਯਾਬ ਨਹੀਂ ਹੁੰਦੀਆਂ। ਗੁਰਮੁਖੋ, ਜਿੱਦਾਂ ਧੁਰੇ ਤੋਂ ਬਿਨਾਂ ਕੋਈ ਗੱਡੀ ਨਹੀਂ ਚੱਲ ਸਕਦੀ, ਇਸੇ ਤਰ੍ਹਾਂ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਸਿੱਖ ਕੌਮ ਦਾ ਸਭ ਤੋਂ ਸ਼੍ਰੋਮਣੀ ਅਸਥਾਨ ਹੈ, ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ, ਜੋ 84 ਦਾ ਘੱਲੂਘਾਰਾ ਹੋਇਆ।
ਉਹ ਵੀ ਦਿਨ ਚੱਲ ਰਹੇ ਨੇ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸਨ ਅੰਮ੍ਰਿਤਸਰ ਵਿਖੇ। ਤੇ ਗੁਰਮੁਖੋ ਵੇਖੋ, ਆਪਾਂ ਨੇ ਕੱਲ੍ਹ ਵੀ ਵਿਚਾਰ ਕੀਤੀ ਸੀ ਕਿ ਜਿਸ ਵੇਲੇ ਸੰਨ 47 ਦੇ ਵਿੱਚ ਵੰਡ ਹੋਈ, ਪੰਜਾਬ ਵੰਡਿਆ ਗਿਆ, ਉਸ ਵੇਲੇ ਜਦੋਂ ਨਹਿਰੂ ਨੂੰ ਪਤਾ ਲੱਗਿਆ ਨਾ, ਜਿਹੜਾ ਨਹਿਰੂ ਸੀ ਇਹ ਅਸਲੀ ਗੁਰਮੁਖੋ ਗੰਗੂ ਦੀ ਲਾਦ ਸੀ। ਅਸਲੀ ਇੱਕ ਹੁੰਦਾ ਨਾ, ਆਪਾਂ ਉੱਦਾਂ ਕਹਿ ਦਿੰਦੇ, ਉਹ ਨਹੀਂ ਕਹਿਣਾ ਚਾਹੀਦਾ। ਬ੍ਰਾਹਮਣ ਵੀਰਾਂ ਦੀਆਂ ਬਹੁਤ ਕੁਰਬਾਨੀਆਂ ਨੇ, ਕੋਈ ਥੋੜ੍ਹੀਆਂ ਕੁਰਬਾਨੀਆਂ ਨਹੀਂ। ਬ੍ਰਾਹਮਣ ਵੀਰਾਂ ਦੀਆਂ ਤਾਂ ਆਪਣੇ ਨਾਲੋਂ ਵੀ ਜ਼ਿਆਦਾ ਕੁਰਬਾਨੀਆਂ ਨੇ ਗੁਰਸਿੱਖੀ ਦੇ ਵਿੱਚ। ਭਾਈ ਮਨੀ ਸਿੰਘ ਜੀ ਕੌਣ ਸੀ? ਬ੍ਰਾਹਮਣ ਬਰਾਦਰੀ ਦੇ ਵਿੱਚੋਂ ਸਨ। ਭਾਈ ਮਤੀ ਦਾਸ, ਭਾਈ ਸਤੀ ਦਾਸ ਕੌਣ ਸੀ? ਬ੍ਰਾਹਮਣ ਬਰਾਦਰੀ ਦੇ ਵਿੱਚੋਂ ਸਨ। ਜਿਹੜੇ ਗੁਰਮੁਖੋ ਅਮਰਨਾਥ ਮੰਦਰ ਦੇ ਹੈੱਡ ਪੁਜਾਰੀ ਸੀ, ਤੇ ਉਹ ਵੀ ਗੁਰਮੁਖੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਨ। ਕਿਰਪਾ ਰਾਮ ਪੰਡਤ ਹੈੱਡ ਪੁਜਾਰੀ ਅਮਰਨਾਥ ਦੇ। ਸੋ ਇਸ ਕਰਕੇ ਇਹ ਜਿਹੜਾ ਨਹਿਰੂ ਸੀ ਨਾ, ਇਹ ਜਿਹੜਾ ਗੁਰਮੁਖੋ ਗੰਗੂ ਸੀ, ਗੰਗੂ ਦਾ ਜਿਹੜਾ ਮੁੰਡਾ ਸੀ ਕਹਿ ਲਓ, ਉਹਦੀ ਲਾਦ ਸੀ, ਉਹਦਾ ਪਰਿਵਾਰ ਸੀ। ਕਿਉਂਕਿ ਗੰਗੂ ਨੂੰ ਤਾਂ ਕਹਿੰਦੇ ਪਕੜ ਲਿਆ ਸੀ, ਬੁਰੀ ਸਜ਼ਾ ਦੇ ਕੇ ਮਾਰਿਆ ਸੀ ਉਹਨੂੰ, ਤਾਂ ਘੜੀਸ ਘੜੀਸ ਕੇ। ਕਿਉਂਕਿ ਉਹਨੇ ਮਾਇਆ ਸੀ, ਜੋ ਮੋਹਰਾਂ ਦੀ ਥੈਲੀ ਸੀ, ਉਹ ਮਾਤਾ ਜੀ ਦੀ ਉਸਨੇ ਲੁਕੋ ਲਈ ਸੀ, ਚੋਰੀ ਕਰ ਲਈ ਸੀ। ਉਹ ਲੈਣ ਦੇ ਮਾਰਿਆਂ ਨੇ ਗੁਰਮੁਖੋ ਵੀ ਦੱਸ ਕਿੱਥੇ ਹੈ ਉਹ। ਵੈਸੇ ਉਹ ਮਾਇਆ ਗਾਇਬ ਹੋ ਗਈ, ਤੇ ਇੱਥੇ ਤੱਕ ਲਿਖਿਆ ਇਤਿਹਾਸ ਦੇ ਵਿੱਚ ਵੀ ਮਿਲੀ ਨਹੀਂ ਉਹ। ਇਸ ਕਰਕੇ ਗੰਗੂ ਨੂੰ ਭੈੜੀ ਸਜ਼ਾ ਮਿਲੀ ਤੀ, ਉਹਨੂੰ ਤਾਂ ਬਹੁਤ ਬੁਰੀ ਸਜ਼ਾ ਮਿਲੀ ਸੀ। ਕੀਤੇ ਦਾ ਉਹਨੇ ਫਲ ਪਾਇਆ ਸੀ। ਉਹਦਾ ਪਰਿਵਾਰ ਕਸ਼ਮੀਰ ਦੇ ਵਿੱਚ ਚਲਿਆ ਗਿਆ ਸੀ। ਕਸ਼ਮੀਰ ਤੋਂ ਫਿਰ ਦਿੱਲੀ ਉਹਦਾ ਪਰਿਵਾਰ ਆਇਆ, ਤੇ ਦਿੱਲੀ ਨਹਿਰ ਦੇ ਕਿਨਾਰੇ 'ਤੇ ਇਹਨਾਂ ਨੂੰ ਇੱਕ ਕੋਠੀ ਮਿਲੀ ਸੀ। ਇਸ ਕਰਕੇ ਇਹਨਾਂ ਦਾ ਨਾਂ ਨਹਿਰੂ ਪੈ ਗਿਆ। ਹੈ ਇਹ ਗੰਗੂ ਦੀ ਲਾਦ ਸੀ। ਜਦੋਂ ਸੰਨ 47 ਦੀ ਵੰਡ ਹੋਈ, ਉਸ ਵੇਲੇ ਗੁਰਮੁਖੋ ਜਿਹੜਾ ਜਿਵੇਂ ਪਾਕਿਸਤਾਨ ਬਣਿਆ, ਐਦਾਂ ਖਾਲਿਸਤਾਨ ਵੀ ਬਣਿਆ ਸੀ। ਨਕਸ਼ਾ ਸਾਰਾ ਬਣ ਗਿਆ ਸੀ ਗੁਰਮੁਖੋ। ਅੱਜ ਵੀ ਉਹ ਨਕਸ਼ਾ ਪਿਆ ਹੈ, ਖਾਲਿਸਤਾਨ ਦਾ ਨਕਸ਼ਾ ਪਿਆ ਹੈ। ਅੱਜ ਕੋਈ ਇਹ ਨਹੀਂ ਵੀ ਐਵੇਂ ਨਹੀਂ ਗੱਲ। ਇਸੇ ਕਰਕੇ ਇਹਨਾਂ ਨੂੰ ਡਰ ਹੈ, ਇਹਨਾਂ ਨੂੰ ਧੁੜਤੜੀਆਂ ਆਉਂਦੀਆਂ ਨੇ ਵੀ ਕਿਤੇ ਬਣ ਨਾ ਜਾਵੇ। ਬੜੀ ਦੂਰ ਤੱਕ ਆਪਣਾ ਦੇਸ਼ ਹੈ ਜਿਹੜਾ ਖਾਲਿਸਤਾਨ ਹੈ, ਸਭ ਦਿੱਲੀ ਵਰਗੀਆਂ ਸਭ ਵਿੱਚ ਆਉਣਗੀਆਂ। ਕਦੇ ਤੁਸੀਂ ਪੜ੍ਹਿਓ, ਪਤਾ ਲੱਗੇਗਾ। ਤੇ ਦੂਸਰਾ, ਉਸ ਵੇਲੇ ਜਦੋਂ ਨਹਿਰੂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਖਾਲਿਸਤਾਨ ਦੀ ਗੱਲ ਚੱਲ ਰਹੀ ਹੈ, ਵੀ ਸਿੱਖਾਂ ਨੂੰ ਅੱਡ ਰਾਜ ਦਿੱਤਾ ਜਾਏਗਾ, ਉਸੇ ਵੇਲੇ ਉਹ ਚਲਿਆ ਗਿਆ। ਤੇ ਗੁਰਮੁਖੋ ਆਪਣੇ ਵਾਲਿਆਂ ਨੂੰ ਫਿਰ ਬਗਲਾ ਲਿਆ। ਕਹਿਣ ਲੱਗੇ ਘੱਟ ਗਿਣਤੀ ਦੀ ਕੌਮ ਕੋਈ ਵੀ ਹੋਏਗੀ ਪੰਜਾਬ ਦੇ ਵਿੱਚ, ਉਹਨਾਂ ਨੂੰ ਸਭ ਤੋਂ ਵੱਧ ਅਧਿਕਾਰ ਦਿੱਤੇ ਜਾਣਗੇ। ਲਿਖਤੀ ਰੂਪ ਦੇ ਵਿੱਚ ਦਿੱਤਾ। ਉਹ ਲਿਖਤਾਂ ਪਈਆਂ ਨੇ ਗੁਰਮੁਖੋ ਵੀ ਤੁਹਾਨੂੰ ਜਿਹੜੇ ਸਿੱਖੋ ਜਾਂ ਪੰਜਾਬੀ ਹੋ, ਜਿਹੜੇ ਤੁਹਾਨੂੰ ਸਭ ਤੋਂ ਵੱਧ ਅਧਿਕਾਰ ਤੁਹਾਨੂੰ ਮਿਲਣਗੇ। ਅੱਜ ਮਿਲ ਰਹੇ ਨੇ। ਅੱਜ ਸਾਡੀਆਂ ਫਸਲਾਂ ਦੇ ਗੁਰਮੁਖੋ ਰੇਟ ਵੀ ਕੇਂਦਰ ਦੀ ਸਰਕਾਰ ਤੈਅ ਕਰਦੀ ਹੈ। ਬੀਜਦੇ ਆਪਾਂ, ਵੱਢਦੇ ਆਪਾਂ, ਪਰ ਸਾਰਾ ਕੁਛ ਉਹ ਤੈਅ ਕਰਦੇ ਨੇ। ਆਪਾਂ ਤਾਂ ਗੁਰਮੁਖੋ ਗੁਲਾਮ ਆ। ਸਾਡੀ ਕੋਈ ਆਜ਼ਾਦੀ ਨਹੀਂ ਹੈ। ਅਸੀਂ ਆਪਣੀ ਹਰ ਬੰਦਾ ਗੁਰਮੁਖੋ ਆਪਣੀ ਚੀਜ਼ ਦਾ ਭਾਅ ਆਪ ਦੇ ਸਕਦਾ ਹੈ। ਸਿਉਨੇ ਦਾ ਭਾਅ ਸੁਨਿਆਰ ਤੈਅ ਕਰਦਾ ਹੈ। ਉਹ ਆਪਾਂ ਨੂੰ ਗੁਰਮੁਖੋ ਹੋਰ ਕਿਸੇ ਦੁਕਾਨ 'ਤੇ ਚਲੇ ਜਾਓ, ਆਪਣੀ ਮਨਮਰਜ਼ੀ ਦੇ ਨਾਲ ਆਪਾਂ ਨੂੰ ਭਾਅ ਲਾਏਗਾ। ਪਰ ਆਪਣੀ ਫਸਲ ਦਾ ਭਾਅ ਬੀਜਦੇ ਆਪਾਂ, ਭਾਅ ਗੁਰਮੁਖੋ ਕੋਈ ਹੋਰ ਦੇ ਰਿਹਾ ਆਪਾਂ ਨੂੰ। ਆਪਣੀ ਜਾਨ, ਆਪਣੀ ਫਸਲ ਕਿਸੇ ਦੇ ਹੋਰ ਦੇ ਹੱਥ ਦੇ ਵਿੱਚ ਚਲੀ ਜਾਂਦੀ ਹੈ। ਇਸ ਕਰਕੇ ਆਪਾਂ ਆਜ਼ਾਦ ਨਹੀਂ ਹਾਂ। ਤੇ ਅੱਜ ਗੁਰਮੁਖੋ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ ਹੈ। 84 ਦੇ ਵਿੱਚ ਜੋ ਹੋਇਆ,
ਜੋ ਇਹ ਦਿਨ ਚੱਲ ਰਹੇ ਨੇ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ 6 ਜੂਨ ਤੱਕ ਘੇਰਾ ਪਿਆ ਰਿਹਾ। ਥੋੜ੍ਹੇ ਜਿਹੇ ਸਿੰਘ ਸਨ, ਇੱਥੇ ਤੱਕ ਲਿਖਿਆ ਗੁਰਮੁਖੋ, ਕਹਿੰਦੇ 5 ਤੋਂ 600 ਤੱਕ ਸਿੰਘ ਸੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਇਹਨਾਂ ਨੇ ਜਿਨ੍ਹਾਂ ਦਾ ਨਾਂ ਲਿਆ ਵੀ ਅਸੀਂ ਟੈਕ ਇਸ ਕਰਕੇ ਕੀਤਾ ਵੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਕੁਛ ਲਿਖਿਆ। ਕਹਿੰਦੇ ਤੁਸੀਂ ਗੁਰਮੁਖੋ ਇਹਨੂੰ ਪੜ੍ਹ ਕੇ ਵੇਖਿਓ, ਜਿਹੜਾ 84 ਦਾ ਜਦੋਂ ਸਾਕਾ ਹੋਇਆ ਤੇ ਗੁਰਮੁਖੋ ਬੰਦਾ ਹੱਲ ਜਾਂਦਾ ਸੁਣ ਕੇ ਵੀ ਇੰਨਾ ਕੁਛ ਸਾਡੇ ਨਾਲ ਹੋਇਆ। ਇਹ ਪਹਿਲਾਂ ਦੀ ਇਹਨਾਂ ਦੀ ਜੋ ਬਿਉਂਤਬੰਦੀ ਸੀ ਪਹਿਲਾਂ ਦੀ ਕੀਤੀ ਹੋਈ ਸੀ। ਹਿਮਾਚਲ ਦੇ ਵਿੱਚ ਨਕਲੀ ਦਰਬਾਰ ਸਾਹਿਬ ਬਣਾ ਕੇ ਸਿਖਲਾਈ ਦਿੱਤੀ ਜਾਂਦੀ ਸੀ ਵੀ ਇੱਦਾਂ ਦਾ ਕਰਕੇ ਉੱਥੇ ਹਮਲਾ ਕਰਨਾ ਹੈ। ਇਸ ਕਰਕੇ ਗੁਰਮੁਖੋ ਇਹ ਪਹਿਲਾਂ ਦੀਆਂ ਇਹ ਬਿਉਂਤਬੰਦੀਆਂ ਬਣਾਈਆਂ ਹੋਈਆਂ ਸੀ। ਦੂਸਰੀ ਗੱਲ, ਸਿੱਖ ਨਾ ਸਿੱਖ ਨੂੰ ਮਾਰੇ, ਸਿੱਖ ਨਾ ਕਿਸੇ ਤੋਂ ਹਾਰੇ। ਆਪਣੇ ਵਾਲਿਆਂ ਦਾ ਬਹੁਤ ਵੱਡਾ ਹੱਥ ਤੀ ਇਹਦੇ ਵਿੱਚ। ਆਪਣੇ ਵਾਲੇ ਗੁਰਮੁਖੋ ਸੈਨ ਨਾ ਕਰਦੇ ਕਦੀ ਦਰਬਾਰ ਸਾਹਿਬ 'ਤੇ ਅਟੈਕ ਹੋ ਹੀ ਨਹੀਂ ਸਕਦਾ ਤੀ। ਰਾਸ਼ਟਰਪਤੀ ਜੇ ਨਾ ਸਾਈਨ ਕਰਦਾ ਗਿਆਨੀ ਜੈ ਸਿੰਘ ਜਾਂ ਹੋਰ ਗੁਰਮੁਖੋ ਆਪਣੇ ਤੁਹਾਨੂੰ ਪਤਾ ਹੀ ਹੈ ਜਿਹੜੇ ਉਸ ਵੇਲੇ ਹੱਥ ਖੜੇ ਕਰ ਕਰਕੇ ਲਿਖੜੇ ਸਨ। ਇਹਨਾਂ ਦਾ ਪੂਰਾ ਯੋਗ ਤੇ ਵਿੱਚ ਉੱਪਰੋਂ ਸੰਤਾਂ ਦੇ ਨਾਲ ਤੇ ਵਿੱਚੋਂ ਅੰਦਰ ਖਾਤੇ ਫੋਨ ਕਰਦੇ ਸੀ। ਸੋ ਇਸ ਕਰਕੇ ਗੁਰਮੁਖੋ ਉਹ ਦਿਨ ਵੀ ਚੱਲ ਰਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ? ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪ੍ਰਕਾਸ਼ ਗੋਇੰਦਵਾਲ ਸਾਹਿਬ ਦੇ ਵਿੱਚ ਹੋਇਆ, ਮਾਤਾ ਭਾਨੀ ਜੀ ਦੀ ਕੁੱਖੋਂ 1563 ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਤੇ ਉਦੋਂ ਪਹਿਲਾਂ ਜਿਹੜਾ ਵੱਡਾ ਸੀ ਇਹਨਾਂ ਦੇ ਗੁਰਮੁਖੋ ਪਿਰਥੀਆ, ਉਹਨਾਂ ਦਾ 1557 ਦੇ ਵਿੱਚ, ਅਤੇ ਜਿਹੜਾ ਵਿਚਾਲੜਾ ਸੀ ਜਿਹਦਾ ਨਾਮ ਮਹਾਦੇਵ ਸੀ, ਤੇ ਉਹਨਾਂ ਦਾ ਗੁਰਮੁਖੋ 60 ਦੇ ਵਿੱਚ 1560 ਦੇ ਵਿੱਚ ਪ੍ਰਕਾਸ਼ ਹੋਇਆ ਬਾਬਾ ਮਹਾਦੇਵ ਜੀ ਦਾ। ਇਸ ਕਰਕੇ ਜਿਹੜਾ ਵੱਡਾ ਸੀ ਇਹ ਬਹੁਤ ਚਲਾਕ ਸੀ। ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਗੋਇੰਦਵਾਲ ਸਾਹਿਬ ਵਿਖੇ। ਦੇਖੋ ਜਦੋਂ ਆਪਾਂ ਚਵਾਰਾ ਸਾਹਿਬ ਜਾਂਦੇ ਹਾਂ ਤੇ ਉੱਥੇ ਗੁਰਮੁਖੋ 3 ਚੀਜ਼ਾਂ ਸਾਨੂੰ ਮਿਲਦੀਆਂ ਨੇ ਵੇਖਣ ਨੂੰ, ਸੋਚਣ ਵਾਲਿਆਂ ਨੂੰ। ਕਦੇ ਤੁਸੀਂ ਸੋਚ ਕੇ ਵੇਖਿਓ। ਪਹਿਲੀ ਗੱਲ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਹਿੰਦੇ ਉੱਥੇ ਜੋਤੀ ਜੋਤ ਸਮਾਉਣਾ, ਉਹ ਚਵਾਰਾ ਸਾਹਿਬ ਉੱਥੇ ਜੋਤੀ ਜੋਤ ਸਮਾਏ। ਦੂਜਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸੇ ਕਮਰੇ ਦੇ ਵਿੱਚ ਹੋਇਆ। ਤੀਸਰਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਵੀ ਉਸੇ ਘਰ ਦੇ ਵਿੱਚ ਜੋਤੀ ਜੋਤ ਸਮਾਏ ਜਿੱਥੇ ਅੱਜ ਚਵਾਰਾ ਸਾਹਿਬ ਗੁਰਦੁਆਰਾ ਹੈ, ਗੋਇੰਦਵਾਲ ਸਾਹਿਬ। ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਉਸੇ ਘਰ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਉਸੇ ਘਰ ਦੇ ਵਿੱਚ, ਉਸ ਕਮਰੇ, ਉਹ ਅਸਲੀ ਕਮਰੇ ਰੱਖੇ ਹੋਏ ਨੇ ਗੁਰਮੁਖੋ, ਅਸਲੀ ਘਰ। ਅਤੇ ਉੱਥੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੇ ਜਿਹੇ ਸਨ, ਤਵੀ 'ਤੇ ਹੱਥ ਰੱਖ ਲਏ ਸਨ ਜਾ ਕੇ, ਹੱਥਾਂ ਨੂੰ ਵੀ ਕੁਛ ਨਹੀਂ ਹੋਇਆ ਸੀ। ਤੇ ਜਾ ਕੇ ਮਾਤਾ ਭਾਨੀ ਨੇ ਜਦੋਂ ਚੁੱਕਿਆ ਤੇ ਮਨਸਾ ਦੇਵੀ ਜੀ ਜਿਹੜੀ ਨਾਨੀ ਸੀ ਗੁਰਮੁਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਉਹਨਾਂ ਨੇ ਮਾਤਾ ਭਾਨੀ ਨੂੰ ਡਾਂਟਿਆ ਤੇ ਵੀ ਤੁਸੀਂ ਆਪਣੇ ਬੱਚੇ ਦੀ ਸੰਭਾਲ ਕਿਉਂ ਨਹੀਂ ਕਰਦੇ, ਕਿਉਂ ਨਹੀਂ ਰੱਖਦੇ? ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਅੱਜ ਹੱਥ ਰੱਖੇ ਨੇ, ਕਦੀ ਤੱਤੀਆਂ ਤਵੀਆਂ 'ਤੇ ਚੌਂਕੜੇ ਮਾਰ ਕੇ ਬੈਠਣਗੇ, ਇਹਨਾਂ ਦਾ ਫਿਕਰ ਨਾ ਕਰੋ। ਇਹ ਬਹੁਤ ਵੱਡੇ ਬਲੀ ਹਨ, ਬਹੁਤ ਵੱਡੇ ਯੋਧੇ ਹਨ, ਸ਼ਾਂਤੀ ਨੂੰ ਜਿੱਤਣ ਵਾਲੇ ਹਨ। ਉਦੋਂ ਅੱਗੇ ਫਿਰ ਜਿਹੜਾ ਚੱਲੇਗਾ ਸਾਰਾ ਕੁਝ ਲਿਖਿਆ ਹੋਇਆ ਇਤਿਹਾਸ ਦੇ ਵਿੱਚ। ਤੇ ਪਿਰਥੀ ਬਾਰੇ ਪੁੱਛਿਆ, ਕਹਿੰਦੇ ਇਹ ਬਹੁਤ ਜ਼ਿਆਦਾ ਲਾਲਚੀ ਹੋਏਗਾ,
ਇਹ ਬਹੁਤ ਜ਼ਿਆਦਾ ਚੰਚਲਤਾਈ ਇਸ ਦੀ ਬਿਰਤੀ ਹੈ। ਅਤੇ ਗੁਰਮੁਖੋ ਛੋਟੇ ਬੱਚੇ ਤੋਂ ਪਤਾ ਲੱਗ ਜਾਂਦਾ ਵੀ ਇਹ ਬੱਚਾ ਕਿੱਦਾਂ ਦਾ ਹੋਏਗਾ। ਇੱਕ ਇੱਦਾਂ ਦਾ ਵੀ ਇੱਕ ਫਕੀਰ ਸੀ ਗੁਰਮੁਖੋ, ਉਹਦੇ ਲਵੇ ਲੋਕ ਜਾਂਦੇ ਸੀ ਆਪਣੇ ਬੱਚਿਆਂ ਬਾਰੇ ਪੁੱਛਣ ਵੀ ਇਹ ਬੱਚਾ ਸਾਡਾ ਕਿੱਦਾਂ ਦਾ। ਕਹਿੰਦੇ ਭਾਈ ਜਦੋਂ ਬੱਚਾ ਰਿੜਨ ਲੱਗ ਜੇ ਨਾ ਉਦੋਂ ਸਾਡੇ ਲਵੇ ਲੈ ਆਇਆ ਕਰੋ, ਫਿਰ ਅਸੀਂ ਦੱਸ ਦਿਆਂਗੇ ਵੀ ਕਿੱਧਰ ਨੂੰ ਜਾਏਗਾ। ਕਹਿੰਦੇ ਉਹ ਫਕੀਰ ਲਵੇ ਲੈ ਜਾਂਦਾ ਸੀ ਅਗਲਾ। ਹੁਣ ਉਹ ਫਕੀਰ ਕੀ ਕਰਦਾ, ਇੱਕ ਪਾਸੇ ਤਾਂ ਗੁਰਬਾਣੀ ਦਾ ਗੁਟਕਾ ਰੱਖ ਦਿੰਦਾ ਤੀ ਜਾਂ ਕੋਈ ਵੀ ਪੋਥੀ ਰੱਖ ਦਿੰਦਾ ਤੀ ਇੱਕ ਪਾਸੇ ਦੂਰ, ਇੱਕ ਪਾਸੇ ਸ਼ਰਾਬ ਦੀ ਬੋਤਲ ਦੂਰ ਰੱਖ ਦਿੰਦਾ ਸੀ, ਇੱਕ ਪਾਸੇ ਗੁਰਮੁਖੋ ਦੁਨਿਆਵੀ ਪੜ੍ਹਾਈ ਦੀ ਕਿਤਾਬ ਰੱਖ ਦਿੰਦਾ ਸੀ। ਅਤੇ ਇੱਦਾਂ ਕਈ ਚੀਜ਼ਾਂ ਉਹ ਰੱਖਦਾ ਸੀ, ਇੱਕ ਪਾਸੇ ਹਥਿਆਰ ਰੱਖ ਦਿੰਦਾ ਸੀ। ਹੁਣ ਉੱਥੇ ਜਦੋਂ ਕਹਿੰਦੇ ਉਹ ਬੱਚੇ ਨੂੰ ਜਦੋਂ ਰਿੜਨ ਲੱਗਦਾ ਸੀ, ਉਸ ਨੂੰ ਜਦੋਂ ਲੈ ਜਾਂਦੇ ਸਨ ਤਾਂ ਉਹ ਬੱਚਾ ਉੱਧਰ ਨੂੰ ਜਾਂਦਾ ਜਿਹੜਾ ਉਹਨੇ ਕੁਛ ਬਣਨਾ ਹੁੰਦਾ। ਜੇ ਤਾਂ ਸ਼ਰਾਬੀ ਬਣਨਾ ਹੁੰਦਾ ਤਾਂ ਬੋਤਲ ਕੰਨੀ ਜਾਂਦਾ, ਜੇ ਦੁਨਿਆਵੀ ਪੜ੍ਹਾਈ ਕਰਨੀ ਹੁੰਦੀ ਕਿਤਾਬ ਕੰਨੀ ਜਾਂਦਾ, ਜੇ ਗੁਰਬਾਣੀ ਦਾ ਗੁਰਮੁਖੋ ਗੁਰਬਾਣੀ ਪੜ੍ਹਨ ਵਾਲਾ ਬੱਚਾ ਬਣਨਾ ਹੁੰਦਾ ਤਾਂ ਗੁਰਬਾਣੀ ਕੰਨੀ ਜਾਂਦਾ, ਜੇ ਬੈਲੀ ਬਣਨਾ ਹੁੰਦਾ ਤਾਂ ਹਥਿਆਰਾਂ ਕੰਨੀ ਜਾਂਦਾ ਸੀ ਗੁਰਮੁਖੋ। ਉਹ ਦੱਸ ਦਿੰਦੇ ਸੀ ਵੀ ਆਹ ਬਣੇਗਾ, ਕਿਉਂਕਿ ਉੱਧਰ ਨੂੰ ਜਾਂਦਾ ਸੀ ਉਹ ਬੱਚਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਉਮਰ ਦੇ ਵਿੱਚ ਹੀ ਇਹ ਗੁਰਮੁਖੋ ਕੌਤਕ ਕਰਨ ਲੱਗ ਪਏ ਸਨ। ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਝਗੜਦਾ ਰਹਿੰਦਾ ਸੀ ਇਹ ਪਿਰਥੀ ਸੀ ਜੋ। ਅਤੇ ਉਸ ਵੇਲੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਸੀ, ਕਹਿੰਦੇ ਬੇਟਾ ਤੇਰੇ ਪਾਸ ਮਾਇਆ ਬਹੁਤੀ ਇਕੱਠੀ ਹੋ ਗਈ, ਉਹ ਵੀ ਸੰਗਤਾਂ ਦੀ। ਤੈਨੂੰ ਮਾਇਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜੋ ਮਾਤਾ ਪਿਤਾ ਦੇ ਨਾਲ ਝਗੜਾ ਕਰਦਾ, ਜੋ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਚੰਗਾ ਨਹੀਂ ਸਮਝਦਾ, ਉਹ ਕਹਿੰਦੇ ਸਭ ਤੋਂ ਪਾਪੀ ਹੁੰਦਾ। ਸਭ ਤੋਂ ਪਾਪੀ ਬੰਦਾ ਉਹ ਹੁੰਦਾ ਹੈ। ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਗੁਰਬਾਣੀ ਦੇ ਵਿੱਚ। ਜਿਹੜਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ ਉਹ ਸਭ ਤੋਂ ਪਾਪੀ ਬੰਦਾ ਹੈ। ਸਾਰੇ ਬਖਸ਼ੇ ਜਾ ਸਕਦੇ ਨੇ, ਜਿਹੜਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ ਉਹ ਨਹੀਂ ਬਖਸ਼ਿਆ ਜਾ ਸਕਦਾ ਪਿਆਰਿਓ। ਅਤੇ ਜਿਸ ਵੇਲੇ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ ਲਾਹੌਰ ਤੋਂ ਆਏ, ਮਹਾਰੀ ਮੱਲ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਾਚੇ ਤਾਇਆਂ ਦਾ ਪੁੱਤਰ ਸੀ ਇਹ ਗੁਰਮੁਖੋ ਜਿਹੜਾ ਮਹਾਰੀ ਮੱਲ ਸੀ। ਅਤੇ ਆਇਆ, ਉਹਦੇ ਲੜਕੇ ਦਾ ਵਿਆਹ ਸੀ। ਉਦੋਂ ਵੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਪ੍ਰੀਖਿਆ ਕੀਤੀ ਇਹਨਾਂ ਦੀ। ਵਿਆਹ 'ਤੇ ਤੋਰਨ ਵਾਸਤੇ ਪਿਰਥੀ ਜੀ ਨੂੰ ਬੁਲਾਇਆ, ਨਾ ਕਰ ਦਿੱਤੀ। ਮਹਾਦੇਵ ਨੂੰ ਬੁਲਾਇਆ, ਉਹ ਕਹਿੰਦਾ ਮੇਰਾ ਇਹ ਦੁਨੀਆ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਨਾ ਮੈਂ ਕਿਸੇ ਦੇ ਜਾਵਾਂ ਨਾ ਕੋਈ ਮੇਰੇ ਆਵੇ। ਅਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਦੇ ਵਿੱਚ ਭੇਜਦੇ ਹਨ। ਉਹ ਧਰਮਸ਼ਾਲਾ, ਉਹ ਅੱਜ ਵੀ ਗੁਰਮੁਖੋਂ ਦੱਸਿਆ ਜਾਂਦਾ ਹੈ, ਇਤਿਹਾਸ ਦੇ ਵਿੱਚ ਲਿਖਿਆ ਹੈ, ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੀੜੀਆਂ ਗਲੀਆਂ ਨੇ ਉੱਥੇ ਗੁਰਮੁਖੋਂ, ਜਿਵੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਨ, ਇੱਦਾਂ ਲਾਹੌਰ ਦੇ ਵਿੱਚ। ਕਹਿੰਦੇ ਉੱਥੇ ਉਹਦੇ ਨਾਲ ਹੀ ਉਹ ਧਰਮਸ਼ਾਲਾ, ਵੈਸੇ ਹੁਣ ਲੰਗਰ ਦਾ ਰੂਪ ਦੇ ਦਿੱਤਾ ਉਸ ਨੂੰ। ਅਤੇ ਉੱਥੇ ਕਹਿੰਦੇ ਉਹ ਧਰਮਸ਼ਾਲਾ ਅੱਜ ਵੀ ਮੌਜੂਦ ਹੈ। ਅਤੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਚਿੱਠੀਆਂ ਦੇ ਰੂਪ ਦੇ ਵਿੱਚ 3 ਸ਼ਬਦ ਲਿਖ ਕੇ ਭੇਜੇ ਸਨ। ਜਿੱਥੇ ਜਦੋਂ ਮਹਾਰੀ ਮੱਲ ਦੇ ਲੜਕੇ ਦੇ ਵਿਆਹ 'ਤੇ ਗਏ, ਉਦੋਂ ਬਾਅਦ ਦੇ ਵਿੱਚ ਫਿਰ ਪ੍ਰਚਾਰ ਕਰਦੇ ਰਹੇ ਗੁਰਸਿੱਖੀ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ। ਉਹ ਅੱਜ ਵੀ ਧਰਮਸ਼ਾਲਾ ਮੌਜੂਦ ਹੈ, ਸਾਂਭ ਕੇ ਰੱਖੀ ਹੋਈ ਹੈ। ਅਤੇ ਉੱਥੇ ਲਾਗੇ ਹੀ ਗੁਰਮੁਖੋ ਚੰਦੂ ਦਾ ਘਰ ਹੈ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਨਾ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੱਖਿਆ, ਤਸੀਹੇ ਦਿੱਤੇ ਗਏ। 5 ਦਿਨ ਗੁਰਮੁਖੋ ਮਹਾਰਾਜ ਜੀ ਨੂੰ ਤਸੀਹੇ ਦਿੰਦੇ ਰਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਅਤੇ ਉਹ ਵੀ ਉੱਥੇ ਮੌਜੂਦ ਹੈ ਗੁਰਮੁਖੋ ਲਾਗੇ, ਕਿਲ੍ਹਾ ਜਿਹਨੂੰ ਕਹਿੰਦੇ ਆ। ਪਰ ਉਹ ਚੰਦੂ ਦੀ ਹਵੇਲੀ ਤਾਂ ਹੁਣ ਢਹੀ ਪਈ ਹੈ, ਉਹਦੀ ਤਾਂ ਕੋਈ ਸੰਭਾਲ ਨਹੀਂ ਨਾ ਕਰਦਾ। ਰਾਜੇ ਮਹਾਰਾਜਿਆਂ ਦੇ ਵੱਡੇ ਵੱਡੇ ਮਹਿਲ ਅੱਜ ਢਹੇ ਪਏ ਨੇ, ਪਰ ਜਿਨ੍ਹਾਂ ਨੂੰ ਝੂਠ ਦੀ ਦੁਕਾਨ ਕਹਿੰਦੇ ਸਨ, ਉਹਨਾਂ ਦੇ ਤਾਂ ਮਹਿਲ ਅੱਜ ਬਣੇ ਪਏ ਨੇ ਗੁਰਮੁਖੋ। ਇੰਨੇ ਕੀਮਤੀ ਅਤੇ ਸੋਨੇ ਦੇ ਕਲਸ ਨੇ ਜਿਹੜੇ ਉਹ ਕਹਿੰਦੇ ਘੁੱਕਦੇ ਹਨ ਉਹਨਾਂ ਦੇ ਕਲਸਾਂ ਦੇ ਉੱਪਰ, ਗੁੰਮਟਾਂ ਦੇ ਉੱਪਰ।
ਤੇ ਜਿਹੜੇ ਕਹਿਣ ਵਾਲੇ ਤੇ ਇਹ ਚੋਰਾਂ ਦੀ ਹੱਟ ਹੈ, ਉਹ ਗੁਰਮੁਖੋ ਕਿੱਥੇ ਨੇ ਜਹਾਂਗੀਰ ਵਰਗੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਦੀ ਹੋਈ ਤੇ ਗੁਰਮੁਖੋ ਮਾਤਾ ਗੰਗਾ ਜੀ ਦੇ ਨਾਲ ਇਹਨਾਂ ਦੇ ਘਰ ਫਿਰ ਇੱਕ ਬੇਟਾ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੜੇ ਯਤਨ ਕੀਤੇ ਗਏ ਉਹਨੂੰ ਮਾਰਨ ਵਾਸਤੇ ਗੁਰਮੁਖੋ, ਪਰ ਉਹਨਾਂ ਨੂੰ ਕੌਣ ਮਾਰ ਸਕਦਾ ਸੀ। ਹਾਲਾਂਕਿ ਪਿਰਥੀਆ ਜੀ ਨੇ ਕੀਤੇ। ਫਿਰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋ ਗਿਆ ਗੁਰੂ ਕੀ ਵਡਾਲੀ, ਉਦੋਂ ਬਾਅਦ ਦੇ ਵਿੱਚ ਤਾਂ ਫਿਰ ਇਹਨੇ ਬਹੁਤ ਜ਼ਿਆਦਾ ਅੱਤ ਚੁੱਕ ਦਿੱਤੀ। ਹਾਲਾਂਕਿ ਜਿਹੜੀ ਕਰਮੋਂ ਸੀ ਨਾ, ਪਿਰਥੀਆ ਜੀ ਦੇ ਘਰ ਵਾਲੀ ਸੀ, ਆਪਾਂ ਕਹਿੰਦੇ ਹਾਂ ਘਰਾਣੇ ਘਰ ਦੀ ਧੀ ਹੋਵੇ, ਇਹ ਬਹੁਤ ਤਕੜੇ ਘਰ ਦੀ ਸੀ ਧੀ। ਪਰ ਗੁਰਮੁਖੋ ਆਹੇਰ ਪਿੰਡ ਤੀ ਇਹਦਾ। ਫਿਰ ਆਪਦੇ ਪਿੰਡ ਚਲੇ ਗਏ ਤੇ ਜਦੋਂ ਲੋਕ ਧਰਕਾਰਾਂ ਪਾਉਣ ਲੱਗੇ ਜ਼ਿਆਦਾ, ਪਰ ਮਨ ਦੀ ਇਹ ਇੰਨੀ ਮਾੜੀ ਸੀ ਦਿਲ ਦੀ, ਅੱਜ ਤੱਕ ਇਹਨੂੰ ਕਰਮਾਂ ਨੂੰ ਗੁਰਮੁਖੋ ਮਾੜੀ ਕਰਮਾਂ ਵਾਲੀ ਕਹਿੰਦੇ ਨੇ। ਬਹੁਤ ਧਰਕਾਰਾਂ ਪੈਂਦੀਆਂ ਨੇ ਉਸ ਨੂੰ। ਹਮੇਸ਼ਾ ਪਿਰਥੀਆ ਜੀ ਨੂੰ ਚੱਕਦੀ ਰਹਿੰਦੀ ਤੀ ਵੀ ਤੂੰ ਵੱਡਾ ਹੋਣ ਦੇ ਬਾਵਜੂਦ ਵੀ ਤੂੰ ਗੱਦੀ ਦਾ ਮਾਲਕ ਨਹੀਂ ਬਣ ਸਕਿਆ। ਗੁਰੂ ਅਰਜਨ ਦੇਵ ਮਹਾਰਾਜ ਛੋਟੇ ਹੁੰਦੇ ਗੱਦੀ ਲੈ ਗਏ, ਇਸ ਕਰਕੇ ਹੁਣ ਉਹਨਾਂ ਦੇ ਵਾਰਸ ਵੀ ਹੋ ਗਿਆ। ਤੂੰ ਕਹਿੰਦਾ ਤੇ ਉਹਨਾਂ ਦੇ ਵਾਰਸ ਨਹੀਂ ਕੋਈ ਹੋਏਗਾ, ਆਪਣੇ ਪੁੱਤਰ ਨੂੰ ਮਿਹਰਬਾਨ ਨੂੰ ਗੱਦੀ ਮਿਲੇਗੀ, ਪਰ ਉਹ ਤੇਰੇ ਕਿੱਥੇ ਚਲੇ ਗਏ ਉਹ ਵਾਅਦੇ। ਹੁਣ ਇਹਨਾਂ ਦੇ ਪੁੱਤਰ ਨੂੰ ਜਦੋਂ ਵਾਰਸ ਆ ਗਿਆ ਇਹਨਾਂ ਦੇ, ਹੁਣ ਇਹਨੂੰ ਕਰ ਕਿਸੇ ਨਾ ਕਿਸੇ ਤਰ੍ਹਾਂ ਲਾਂਭੇ ਕਰ। ਉਹਦੇ ਕਹਿਣ 'ਤੇ ਗੁਰਮੁਖੋ ਫੱਤੋ ਦਾਈ ਨੂੰ ਉਹਦੀਆਂ ਦੁੱਧੀਆਂ ਨੂੰ ਜ਼ਹਿਰ ਲਾ ਕੇ ਤੋਰਿਆ, ਉਹ ਵੀ ਫੇਲ ਹੋ ਗਈ। ਰਸੋਈਆ ਸੀ, ਬ੍ਰਾਹਮਣ ਸੀ, ਉਹਨੂੰ ਖਰੀਦਿਆ ਗਿਆ, ਉਹਨੇ ਗੁਰਮੁਖੋ ਦਹੀਂ ਦੇ ਵਿੱਚ ਜ਼ਹਿਰ ਮਿਲਾਈ, ਮਹਾਰਾਜ ਨੇ ਨਹੀਂ ਪੀਤੀ, ਨਹੀਂ ਖਾਧੀ ਦਹੀਂ, ਉਹ ਵੀ ਫੇਲ ਹੋ ਗਿਆ। ਤੀਸਰਾ ਹਮਲਾ ਕੀਤਾ, ਕਿਸੇ ਸਪੇਰੇ ਨੂੰ ਭੇਜਿਆ ਜੋ ਬਹੁਤ ਜ਼ਹਿਰੀਲਾ ਨਾਗ ਸੀ, ਵੀ ਜਿਹੜੇ ਕਮਰੇ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਖੇਡਦੇ ਨੇ ਨਾ, ਉਹ ਕਮਰੇ ਦੇ ਵਿੱਚ ਇਹਨੂੰ ਛੱਡ ਦਈਏ, ਡੰਗ ਮਾਰੇਗਾ, ਨਾਲ ਦੀ ਨਾਲ ਮਰ ਜਾਏਗਾ। ਪਰ ਉਹ ਮਹਾਰਾਜ ਨੇ ਉਹ ਸੱਪ ਨੂੰ ਫੜਿਆ, ਨਾਗ ਨੂੰ ਫੜਿਆ, ਉਹਦੇ ਸਿਰੀ ਤੋਂ ਪਕੜ ਕੇ ਉਹਨੂੰ ਗੁਰਮੁਖੋ ਉਸੇ ਨੂੰ ਮਾਰ ਦਿੱਤਾ। ਮਹਾਰਾਜ ਨੇ ਸਿਰੀ ਘੁੱਟ ਕੇ ਇਤਿਹਾਸ ਦੇ ਵਿੱਚ ਲਿਖਿਆ। ਵੈਸੇ ਵੀ ਬੱਚੇ ਦੇ ਹੱਥ ਕਰੜੇ ਹੁੰਦੇ ਨੇ, ਉਹ ਜਿਹੜੀ ਚੀਜ਼ ਨੂੰ ਫੜ ਤਾਂ ਲੈਂਦੇ ਗੁਰਮੁਖੋ, ਉਹ ਛੱਡਣ ਨਹੀਂ ਜਾਣਦਾ। ਉਹ ਤੁਸੀਂ ਕਈ ਵਾਰੀ ਵੇਖਿਓ, ਕਈ ਵਾਰੀ ਬੱਚਾ ਆਪਣੇ ਬਾਲਾਂ ਨੂੰ ਵੀ ਪਕੜ ਲੈਂਦਾ, ਉਹ ਕੁੱਟੀ ਜਾਂਦਾ ਆਪਣੇ ਬਾਲਾਂ ਨੂੰ, ਛੱਡਣ ਜਾਣਦੇ ਨਹੀਂ। ਪਰ ਉਹ ਤਾਂ ਆਪ ਤਰਲੋਕੀ ਦੇ ਮਾਲਕ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਾਂ, ਤੇ ਉਹਨੂੰ ਸਿੱਧ ਤੋਂ ਪਕੜ ਲਿਆ ਤੇ ਉਹਨੂੰ ਕੁੱਟ ਕੇ ਹੀ ਮਾਰਤਾ ਗੁਰਮੁਖੋ। ਇੰਨਾ ਬਲ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ। ਛੋਟੇ ਹੁੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਖੇਡਦੇ ਹੁੰਦੇ ਸੀ, ਐਦਾਂ ਕਰਕੇ ਬੜੇ ਵਾਰ ਕੀਤੇ ਤੇ ਸਾਰੇ ਫੇਲ ਗਏ। ਅਖੀਰ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਪਿਰਥੀਏ ਨੇ ਗੁਰਮੁਖੋ ਬੜਾ ਤਪਾਉਣ ਦਾ ਯਤਨ ਕੀਤਾ, ਪਰ ਨਹੀਂ ਤਪਾ ਸਕਿਆ। ਕਿਉਂ? ਕਲ ਤਾਤੀ ਠੰਡਾ ਹਰਨਾਓ, ਨਹੀਂ ਤਪਾ ਸਕਿਆ ਗੁਰਮੁਖੋ। ਜਿਨ੍ਹਾਂ ਦੇ ਪਾਸ ਵਾਹਿਗੁਰੂ ਦਾ ਨਾਮ ਹੋਵੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਿਮਰਨ ਟਿਕ ਜਾਏ, ਉਹਨਾਂ ਨੂੰ ਚਾਹੇ ਦੁਨੀਆ ਸਾਰੀ ਇੱਕ ਪਾਸੇ ਹੋ ਜਾਏ, ਪਿਆਰਿਓ, ਉਹਨਾਂ ਨੂੰ ਕੋਈ ਤਪਾ ਨਹੀਂ ਸਕਦਾ। ਤਪਾਉਣ ਵਾਲੇ ਤਪ ਜਾਂਦੇ ਨੇ, ਪਰ ਉਹਨਾਂ ਨੂੰ ਕੋਈ ਤਪਾ ਨਹੀਂ ਸਕਦਾ। ਅਖੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 11-12 ਸਾਲ ਦੀ ਉਮਰ ਹੋਈ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ। ਇੱਧਰੋਂ ਚੰਦੂ ਨੇ ਲਾਗੀ ਭੇਜਿਆ, ਆਪਾਂ ਨੇ ਕੱਲ੍ਹ ਸਰਵਣ ਕੀਤਾ ਸੀ। ਮਹਾਰਾਜ ਜੀ ਨੇ ਹਾਂ ਤਾਂ ਕਰ ਦਿੱਤੀ ਤੇ ਵੀ ਚਲੋ ਕੋਈ ਨਹੀਂ, ਤੁਸੀਂ ਆਏ ਹੋ। ਤੇ ਗੁਰਮੁਖੋ ਜਦੋਂ ਮੁੜ ਕੇ ਗਏ ਦਿੱਲੀ ਦੇ ਵਿੱਚ, ਜਦੋਂ ਚੰਦੂ ਨੂੰ ਦੱਸਿਆ ਵੀ ਆਹ ਗੱਲ ਐ, ਅਸੀਂ ਤਾਂ ਕਰਿਆ ਏ, ਵੈਸੇ ਘਰ ਵੀ ਬੜਾ ਤਕੜਾ, ਜੋ ਗੁਣ ਤੁਸੀਂ ਮੰਗੇ ਸੀ ਉਹ ਹੈ। ਮੰਨਤਾ ਵੀ ਬੜੀ ਹੈ। ਮੰਨਤਾ ਵੀ ਇਹ ਨਹੀਂ ਚਲੋ ਕਿਸੇ ਦੀ ਪਿੰਡ ਦੇ ਵਿੱਚ ਮੰਨਤਾ ਹੁੰਦੀ ਹੈ, ਕਿਸੇ ਦੇ ਇਲਾਕੇ ਦੇ ਵਿੱਚ। ਇਹਨਾਂ ਦੀ ਤਾਂ ਚਾਰੇ ਪਾਸੇ ਤਿੰਨਾਂ ਲੋਕਾਂ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਐਸਾ ਘਰ ਮਿਲ ਗਿਆ। ਤੇ ਦੂਸਰਾ ਸੋਹਣੇ ਸੁੰਦਰ ਬੜੇ ਨੇ। ਤੀਸਰਾ ਜ਼ਮੀਨ ਜਾਇਦਾਦ ਬੜੀ ਹੈ। ਗੁਰਮੁਖੋ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦੇ ਪਾਸ ਜੋ ਗੁਰੂ ਘਰਾਂ ਦੀ ਜ਼ਮੀਨ ਹੈ, 20,000 ਕਿੱਲਾ ਜ਼ਮੀਨ ਹੈ। 20,000 ਕਿੱਲਾ ਕਿਤੇ ਥੋੜ੍ਹੀ ਨਹੀਂ ਹੁੰਦੀ ਗੁਰਮੁਖੋ। 20,000 ਉਹ ਆਮਦਨ ਕਿੱਥੇ ਜਾਂਦੀ ਹੈ ਵੇਖੋ, ਇੰਨੀ ਪੈੜੀ ਹੈ ਗੁਰਦੁਆਰਾ ਸਾਹਿਬ ਦੀ। 20,000 ਕਿੱਲਾ ਕਿਤੇ ਥੋੜ੍ਹਾ ਨਹੀਂ ਹੁੰਦਾ। 1000 ਕਿੱਲਾ ਤਾਂ ਧਮਧਾਨ ਸਾਹਿਬ ਹੈ ਪਿਆਰਿਓ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ 'ਤੇ ਲਵਾਇਆ ਸੀ।
ਸੋ ਇਸ ਕਰਕੇ ਕਹਿੰਦੇ ਜ਼ਮੀਨ ਜਾਇਦਾਦ ਵੀ ਬਹੁਤ ਹੈ, ਇਸ ਕਰਕੇ ਬਹੁਤ ਵੱਡੇ ਤਕੜਾ ਘਰ ਹੈ ਜਿਨ੍ਹਾਂ ਦੀ ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਚੰਦੂ ਸੁਣੀ ਗਿਆ, ਕਹਿੰਦਾ ਹੈ ਕੌਣ, ਇਹ ਤਾਂ ਦੱਸ ਦਿਓ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ। ਪਤਾ ਕੀ ਆਖਿਆ ਤੀ? ਕਹਿੰਦੇ ਚਵਾਰੇ ਦੀ ਇੱਟ ਮੋਰੀ ਨੂੰ। ਮੋਰੀ ਕੀ ਹੁੰਦੀ ਹੈ ਪਤਾ ਆਪਾਂ ਨੂੰ? ਮੋਰੀ ਹੁੰਦੀ ਹੈ ਜਿਹਦੇ ਵਿੱਚੋਂ ਪਾਣੀ ਨਿਕਲਦਾ ਹੋਵੇ, ਆਪਣਾ ਗੰਦਾ ਪਾਣੀ। ਗੁਰੂ ਘਰ ਨੂੰ ਇਹ ਆਖਿਆ ਤੀ ਚੰਦੂ ਨੇ ਗੁਰਮੁਖੋ, ਕਹਿੰਦੇ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾਇਆ ਹੈ, ਭਾਵ ਜਿੱਥੋਂ ਗੰਦਾ ਪਾਣੀ ਨਿਕਲਦਾ ਉੱਥੇ ਲਾਇਆ ਹੈ। ਤੇ ਜਦੋਂ ਇਹ ਗੱਲ ਸੰਗਤਾਂ ਤੋਂ ਫਿਰ ਬਰਦਾਸ਼ਤ ਨਾ ਹੋਈ, ਵਿੱਚ ਬੈਠੇ ਤੇ ਸ਼ਰਧਾਲੂ ਉਹਨਾਂ ਨੇ ਚਿੱਠੀ ਲਿਖੀ, ਚਿੱਠੀ ਲਿਖ ਕੇ ਭੇਜ ਦਿੱਤੀ ਵੀ ਆਹ ਗੱਲ ਹੈ। ਹੁਣ ਸੰਗਤ ਬਹੁਤ ਬੈਠੀ ਤੀ ਤੇ ਚਿੱਠੀ ਪੜ੍ਹ ਕੇ ਸੁਣਾਈ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੀ ਰਾਏ ਲਈ ਵੀ ਦੱਸੋ। ਕਹਿੰਦੇ ਆਉਣਗੇ ਲਾਗੇ, ਚਲੋ ਕਰਦੇ ਹਾਂ ਗੱਲ। ਜਦੋਂ ਉਹ ਆਏ ਰਿਸ਼ਤਾ ਲੈ ਕੇ ਚੰਦੂ ਦੀ ਲੜਕੀ ਦਾ, ਕਹਿੰਦੇ ਜਾਓ ਹੁਣ ਤੁਸੀਂ ਹਾਂ ਕਰਿਆ, ਹੁਣ ਲਾਇਆਓ, ਕੋਈ ਨਹੀਂ ਚਾਰਾ ਲਾਇਆਓ। ਉਹ ਜਦੋਂ ਆਏ ਮਹਾਰਾਜ ਨੇ ਜਵਾਬ ਦੇ ਦਿੱਤਾ, ਭਾਈ ਮੇਰੀ ਸੰਗਤ ਹੈ ਜੋ ਇਹ ਨਹੀਂ ਮੰਨਦੀ। ਇਹਨੇ ਨਾ ਪ੍ਰਵਾਨ ਕਰ ਦਿੱਤਾ ਚੰਦੂ ਦੀ ਲੜਕੀ ਦਾ ਰਿਸ਼ਤਾ। ਉਹ ਕਹਿੰਦੇ ਕਿਉਂ? ਕਹਿੰਦੇ ਇਸ ਕਰਕੇ ਸਾਡੀ ਉਹਦੇ ਨਾਲ ਕੀ ਬਰਾਬਰੀ ਹੈ, ਉਹ ਤਾਂ ਆਪਣੇ ਆਪ ਨੂੰ ਚਵਾਰਾ ਬਣਦਾ, ਸਾਨੂੰ ਮੋਰੀ। ਇਸ ਕਰਕੇ ਉੱਚਿਆਂ ਦੇ ਨਾਲ ਸਾਡਾ ਨੀਵਿਆਂ ਦਾ ਕੀ ਮੇਲ, ਬਰਾਬਰ ਦੇ ਨਾਲ ਮੇਲ ਹੁੰਦਾ ਹੈ। ਦੂਸਰੀ ਗੱਲ, ਗੁਰੂ ਨਾਨਕ ਦਾ ਘਰ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਥਾਏ। ਇਸ ਕਰਕੇ ਅਸੀਂ ਕਹਿਣ ਲੱਗੇ ਉਹਨਾਂ ਨਾਲ ਮੇਲ ਨਹੀਂ ਕਰ ਸਕਦੇ। ਹੁਣ ਜਦੋਂ ਵਾਪਸ ਚੰਦੂ ਨੂੰ ਜਾ ਕੇ ਦੱਸਿਆ, ਚੰਦੂ ਨੇ ਦੁਬਾਰਾ ਫੇਰ ਚਿੱਠੀ ਲਿਖੀ ਤੇ ਨਾਲ ਧਮਕੀ ਵੀ ਲਿਖੀ ਵੀ ਜੇ ਤਾਂ ਤੁਸੀਂ ਸਾਡੀ ਲੜਕੀ ਦਾ ਰਿਸ਼ਤਾ ਸਵੀਕਾਰ ਕਰਦੇ ਹੋ ਫੇਰ ਤਾਂ ਠੀਕ ਹੈ, ਨਹੀਂ ਤਾਂ ਦੇਖ ਲਓ ਤੁਹਾਡਾ ਬਹੁਤ ਬੁਰਾ ਹਾਲ ਕਰ ਦਿਆਂਗੇ ਅਸੀਂ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰੋ, ਤੇ ਅਸੀਂ ਜੇ ਮੇਰੀ ਸੰਗਤ ਮੰਨਦੀ ਹੈ ਮਨਾ ਲਓ, ਇਹ ਤਾਂ ਸੰਗਤ ਦੇ ਨਿਰਭਰ ਹੈ, ਗੁਰੂ ਦੀ ਸੰਗਤ। ਐਵੇਂ ਨਹੀਂ, ਉਦੋਂ ਸੰਗਤ ਨੂੰ ਮਹਾਰਾਜ ਜੀ ਨੇ, ਵੈਸੇ ਤਾਂ ਗੁਰੂ ਦੇ ਵਿਸਵੇ ਨਹੀਂ ਗਿਣੇ ਜਾਂਦੇ, ਗੁਰੂ ਵੱਡਾ ਹੈ, ਗੁਰੂ ਸਮੁੰਦਰ ਸਿੱਖੀ ਸਭ ਨਦੀ, ਪਰ ਉਦੋਂ ਸੰਗਤ ਨੂੰ ਵੱਡੀ ਕਹਿ ਦਿੱਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਭਾਈ ਜੋ ਸੰਗਤ ਫੈਸਲਾ ਕਰੇਗੀ ਉਹ। ਤੇ ਹੁਣ ਉਹ ਚੰਦੂ ਵੀ ਨਾਲ ਮਿਲ ਗਿਆ ਗੁਰਮੁਖੋ। 3 ਹੋ ਗਏ, ਇੱਕ ਤਾਂ ਪਿਰਥੀਆ ਹੋ ਗਿਆ, ਦੂਸਰਾ ਗੁਰਮੁਖੋ ਚੰਦੂ ਹੋ ਗਿਆ, ਤੀਸਰਾ ਜਹਾਂਗੀਰ। ਇਹ ਲੱਗਦੇ ਤੇ ਗੁਰਮੁਖੋ ਪੱਗ ਜਹਾਂਗੀਰ ਦੀ ਇੱਕ ਕਿਤਾਬ ਹੈ, ਉਹਦੇ ਵਿੱਚ ਲਿਖਿਆ ਜਹਾਂਗੀਰ ਨੇ। ਉਹ ਜਹਾਂਗੀਰ ਕਹਿੰਦਾ ਵੀ ਇੱਕ ਹਿੰਦੂ ਪੀਰ ਹੈ। ਹਿੰਦੂ ਅਸਲ ਦੇ ਵਿੱਚ ਗੁਰਮੁਖੋ ਚੋਰ ਨੂੰ ਕਹਿੰਦੇ ਨੇ, ਹਿੰਦੂ ਚੋਰ ਨੂੰ ਕਹਿੰਦੇ ਨੇ। ਇਸੇ ਕਰਕੇ ਉਹਦੇ ਵਿੱਚ ਲਿਖਿਆ, ਕਹਿੰਦੇ ਹਿੰਦੂ ਪੀਰ ਹੈ ਇੱਕ, ਉਹ ਝੂਠ ਦੀ ਦੁਕਾਨ ਚਲਾਉਂਦਾ ਹੈ, ਉਹ ਚੋਰ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਥੇ ਤੱਕ ਲਿਖਿਆ ਉਸਨੇ, ਜਹਾਂਗੀਰ ਨੇ। ਕਹਿੰਦੇ ਇਹ ਦੁਕਾਨ ਮੈਂ ਬੰਦ ਕਰਨੀ ਚਾਹੁੰਦਾ ਹਾਂ। ਜਦੋਂ ਫਿਰ ਮਹਾਰਾਜ ਨੂੰ ਜਦੋਂ ਸ਼ਹੀਦ ਹੋ ਗਏ, ਉਦੋਂ ਬਾਅਦ ਦੇ ਵਿੱਚ ਲਿਖਿਆ ਵੀ ਚੰਗਾ ਹੋਇਆ ਇਹ ਝੂਠ ਦੀ ਦੁਕਾਨ ਬੰਦ ਹੋ ਗਈ। ਬਹੁਤ ਕੁਛ ਲਿਖਿਆ ਗੁਰੂ ਅਰਜਨ ਦੇਵ ਜੀ ਬਾਰੇ ਗੁਰਮੁਖੋ ਉਸਨੇ ਉਲਟ ਫੁਲਟ। ਜਹਾਂਗੀਰ ਨੇ ਉਹ ਹੈ ਪੱਗ ਜਹਾਂਗੀਰ ਦੀ, ਜਿਹਦੇ ਵਿੱਚ ਲਿਖਿਆ। ਤੇ ਕਹਿੰਦੇ ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਰਨ ਤਾਰਨ ਸਾਹਿਬ ਦੀ ਸੇਵਾ ਕਰਾ ਰਹੇ ਸੀ, ਜਿਹੜਾ ਖੁਸਰੋ ਸੀ ਜਹਾਂਗੀਰ ਦਾ ਪੁੱਤਰ, ਇਹਨੇ ਬਗਾਵਤ ਕਰਤੀ, ਕਿਉਂਕਿ ਜਹਾਂਗੀਰ ਚੰਗਾ ਅੱਛਾ ਰਾਜ ਨਹੀਂ ਚਲਾ ਰਿਹਾ ਸੀ। ਇਸ ਕਰਕੇ ਇਹਨੇ ਬਗਾਵਤ ਕਰ ਦਿੱਤੀ। ਤੇ ਗੁਰਮੁਖੋ ਫੌਜਾਂ ਨੂੰ ਕੁਛ ਕੁ ਆਪਣੇ ਪਾਸ ਆਪਣੇ ਵੱਲ ਕਰ ਲਿਆ ਸੀ, ਪਰ ਫਿਰ ਫੌਜਾਂ ਪਲਟ ਗਈਆਂ। ਕੁਛ ਫੌਜਾਂ ਲੈ ਕੇ ਫਿਰ ਜਦੋਂ ਇਹਦਾ ਨਾਂ ਫੌ ਪੈਂਦਾ ਦਿਸਿਆ, ਫਿਰ ਇੱਧਰ ਨੂੰ ਪੰਜਾਬ ਵੱਲ ਨੂੰ ਉਹ ਗੁਰਮੁਖੋ ਆਇਆ। ਆਉਂਦਾ ਆਉਂਦਾ ਗੁਰੂ ਮਹਾਰਾਜ ਜੀ ਦੇ ਪਾਸ ਰੁਕਿਆ ਤਰਨ ਤਾਰਨ, ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਵੀ ਛਕਿਆ, ਜੋ ਵੀ ਉਹ ਖੁਸਰੋ ਦੇ ਨਾਲ ਸੀ। ਮਹਾਰਾਜ ਨੇ ਪ੍ਰਸ਼ਾਦਾ ਵੀ ਉਹਨੂੰ ਛਕਾਇਆ ਪ੍ਰੇਮ ਦੇ ਨਾਲ। ਕੁਛ ਉਹਨੇ ਮਦਦ ਮੰਗੀ, ਉਹ ਵੀ ਮਹਾਰਾਜ ਜੀ ਨੇ ਚਲੋ ਦਿੱਤੀ। ਮਾਇਆ ਵੀ ਦੱਸਿਆ ਵੀ ਥੋੜ੍ਹੀ ਘਣੀ ਮਹਾਰਾਜ ਜੀ ਨੇ ਦਿੱਤੀ। ਉਸ ਵੇਲੇ 5000 ਬਹੁਤ ਵੱਡੀ ਰਕਮ ਹੁੰਦੀ ਸੀ। ਮਹਾਰਾਜ ਨੇ ਮਦਦ ਕੀਤੀ। ਅੱਜ ਵੀ ਕੋਈ ਗੁਰਮੁਖੋ ਗਰੀਬ ਕੋਈ ਮਦਦ ਮੰਗੇ, ਮਹਾਰਾਜ ਨੇ ਆਖਿਆ ਤੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹੈ ਭਾਈ। ਇਸ ਕਰਕੇ ਕਹਿੰਦੇ ਉਸ ਵੇਲੇ ਫਿਰ ਤੀਜਾ ਇਹ ਹੋ ਗਿਆ
ਤੇ ਪਿਰਥੀ ਨੇ ਤਾਂ ਫਿਰ ਹੋਰ ਵੀ ਗੁਰਮੁਖੋ ਅੱਤ ਚੁੱਕੀ ਹੋਈ ਸੀ। ਆਪ ਕੱਲ ਵੀ ਸਰਵਣ ਕੀਤਾ ਵੀ ਪਹਿਲਾਂ ਇਹ ਸੁਲਭੀ ਖਾਂ, ਦੋ ਸੀ ਇਹ ਚਾਚਾ ਭਤੀਜਾ, ਇੱਕ ਦਾ ਨਾਂ ਸੁਲਭੀ ਖਾਂ ਤੇ ਇੱਕ ਦਾ ਨਾਂ ਸੁਲੀ ਖਾਂ ਤੀ। ਜਿਹੜਾ ਸੁਲਭੀ ਖਾਂ ਤੀ ਪਹਿਲਾਂ ਉਹਨੂੰ ਭੇਜਿਆ ਤੀ ਸੁਲੀ ਖਾਂ ਨੇ ਵੀ ਤੂੰ ਜਾ ਕੇ ਇਹਨੂੰ ਪਿਰਥੀ ਨੂੰ ਰਾਜ ਭਾਗ ਦਵਾਇਆ, ਉਹਨੂੰ ਬਾਹਰ ਕੱਢਿਆ ਅੰਮ੍ਰਿਤਸਰ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਜਿਹੜਾ ਹੱਕ ਇਹਨਾਂ ਨੂੰ ਦਵਾ ਕੇ ਉਹ ਜਦੋਂ ਆਇਆ ਨਾ ਦਰਿਆ ਦੇ ਕੰਢੇ 'ਤੇ ਸਤਲੁਜ ਦੇ, ਜਿਹੜਾ ਸੁਲਭੀ ਖਾਂ ਤੀ ਉਹ ਗੁਰਮੁਖੋ ਚਪਾਈਆਂ ਦੀ ਤਨਖਾਹ ਦੇਣੀ ਤੇ ਉਹਨਾਂ ਨੇ ਮੰਗੀ, ਇਹਨੇ ਗਾਲ ਕੱਢਤੀ, ਉਹਨਾਂ ਨੇ ਉਹਦਾ ਗਾਟਾ ਲਾ ਦਿੱਤਾ ਤਲਵਾਰ ਦੇ ਨਾਲ, ਉਹ ਵੀ ਰਾਤੇ 'ਚ ਰਹਿ ਗਿਆ। ਦੂਜਾ ਫਿਰ ਗੁਰਮੁਖੋ ਚੱਕਤਾ, ਫਿਰ ਇਸ ਨੇ ਪਿਰਥੀ ਨੇ ਕਹਿੰਦੇ ਵੀ ਤੇਰਾ ਭਤੀਜਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਰਵਾਇਆ ਹੈ, ਉਹਨਾਂ ਨੂੰ ਬਾਢੀ ਦੇ ਕੇ ਮਰਵਾਇਆ। ਇਸ ਕਰਕੇ ਫਿਰ ਸੁਲਭੀ ਖਾਂ ਕਹਿੰਦੇ ਚਲੋ ਉਹਨੂੰ ਤਾਂ ਮਰਵਾਤਾ, ਕੋਈ ਨਹੀਂ ਮੈਂ ਜਾਊਂ। ਉਹਨੂੰ ਬਹੁਤ ਸਾਰੇ ਪੈਸੇ ਦਿੱਤੇ ਪਿਰਥੀ ਨੇ, ਆਪਣੇ ਸਹੁਰੇ ਘਰ ਬੁਲਾਇਆ। ਇਹਨੇ ਪੱਠੇ ਪੁੱਠੇ ਬਣਾਏ ਹੋਏ ਸੀ ਗੁਰਮੁਖੋ ਪਿਰਥੀ ਨੇ, ਉਹ ਪੱਠੇ ਦਿਖਾਉਣ ਚਲਿਆ ਗਿਆ ਉਸ ਨੂੰ, ਸੁਲਹੀ ਖਾਂ ਨੂੰ। ਜਦੋਂ ਪੱਠੇ ਦਿਖਾਉਣ ਚਲਿਆ ਗਿਆ ਉਹਦਾ ਘੋੜਾ ਐਸਾ ਡਰਿਆ ਉਹ ਬਲਦੇ ਪੱਠੇ ਦੇ ਵਿੱਚ ਵੜ ਗਿਆ ਗੁਰਮੁਖੋ, ਜਲ ਕੇ ਮਰ ਗਿਆ ਉਹ ਵੀ ਨਾ ਪਹੁੰਚ ਸਕਿਆ। ਪਿਰਥੀ ਦੀ ਇਹ ਚਾਲ ਵੀ ਫਿਰ ਗੁਰਮੁਖੋ ਕਹਿੰਦੇ ਐਵੇਂ ਚਲੀ ਗਈ। ਉਦੋਂ ਬਾਅਦ ਦੇ ਵਿੱਚ ਚੱਲਦਾ ਕੰਮ ਕਹਿੰਦੇ ਜਹਾਂਗੀਰ ਦੇ ਕੰਨ ਭਰੇ। ਇਹ ਲਾਹੌਰ ਆਇਆ ਹੋਇਆ ਸੀ ਜਹਾਂਗੀਰ ਉਸ ਵੇਲੇ, ਤਾਂ ਲਾਹੌਰ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੁਲਾਇਆ ਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਗੁਰਮੁਖੋਂ ਸੱਦ ਕੇ ਕਹਿ ਦਿੱਤਾ ਸੀ ਤੇ ਮਹਾਰਾਜ ਜੀ ਨੇ ਕੀਰਤਨ ਵੀ ਸੁਣਿਆ ਦਰਬਾਰ ਸਾਹਿਬ ਬੈਠ ਕੇ। ਤੇ ਕੁਛ ਗੁਰਮੁਖੋਂ ਦੂਰ ਤੱਕ ਪਰਿਵਾਰ ਤੇ ਸੰਗਤਾਂ ਮਹਾਰਾਜ ਨੂੰ ਵਿਦਾ ਕਰਨ ਵਾਸਤੇ ਆਈਆਂ। ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਹੁਣ ਸਾਡੀ ਤੁਸੀਂ ਮੁੜ ਕੇ ਆਉਣ ਦੀ ਆਸ ਨਾ, ਅਸੀਂ ਸਰੀਰ ਕਰਕੇ ਨਹੀਂ ਆ ਸਕਾਂਗੇ ਤੇ ਅਸੀਂ ਜੋਤ ਕਰਕੇ ਅਸੀਂ ਤੁਹਾਡੇ ਵਿੱਚ ਰਹਾਂਗੇ। ਇਸ ਕਰਕੇ ਫਿਰ ਗੁਰਮੁਖੋ ਜਿਹੜਾ ਮੁਰਸ਼ਦ ਦਾ ਖਾਂ ਸੀ, ਇੱਕ ਤਾਂ ਇਹ ਇੱਕ ਚੰਦੂ, ਇਹਨਾਂ ਦੇ ਹਵਾਲੇ ਕਰ ਦਿੱਤਾ ਸੀ ਜਹਾਂਗੀਰ ਨੇ। ਆਪ ਕਸ਼ਮੀਰ ਨੂੰ ਚਲਿਆ ਗਿਆ ਸੀ। ਇਹਨਾਂ ਨੇ ਗੁਰਮੁਖੋ ਚੰਦੂ ਦੀ ਹਵੇਲੀ ਨੇੜੇ ਸੀ ਤੇ ਇਹਨਾਂ ਨੇ ਉਹ ਹਵੇਲੀ ਦੇ ਵਿੱਚ ਮਹਾਰਾਜ ਜੀ ਨੂੰ ਕੈਦ ਕਰ ਦਿੱਤਾ। ਅੱਜ ਵੀ ਉਹ ਮੌਜੂਦ ਹੈ ਹਵੇਲੀ, ਉਹਦੇ ਵਿੱਚ ਕੈਦ ਕਰ ਦਿੱਤਾ। ਛੋਟਾ ਜਿਹਾ ਕਮਰਾ ਸੀ, ਇੱਕ ਕਮਰੇ ਦੇ ਵਿੱਚ ਜਿਹੜੇ 5 ਸਿੱਖ ਮਹਾਰਾਜ ਜੀ ਦੇ ਨਾਲ ਗਏ ਸੀ ਉਹਨਾਂ ਨੂੰ ਗੁਰਮੁਖੋ ਕੈਦ ਕਰ ਦਿੱਤਾ, ਅੰਦਰ ਡੱਕ ਦਿੱਤਾ। ਮਹਾਰਾਜ ਨੂੰ ਕੁਛ ਵੀ ਜਲ ਪਾਣੀ ਨਹੀਂ ਦਿੱਤਾ ਗਿਆ। ਮਹਾਰਾਜ ਨੂੰ ਮਨਾਉਂਦੇ ਰਹੇ ਵੀ ਕਈਆਂ ਨੇ ਤਾਂ ਲਿਖਿਆ 2 ਲੱਖ 2.5 ਲੱਖ ਰੁਪਈਆ, ਕਈ ਇਤਿਹਾਸਕਾਰਾਂ ਨੇ ਲਿਖਿਆ ਵੀ 1.25 ਲੱਖ ਰੁਪਈਆ ਜੁਰਮਾਨਾ ਭਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਮਹਾਰਾਜ ਕਹਿੰਦੇ ਕਾਹਦਾ ਅਸੀਂ ਕੀ ਜ਼ੁਲਮ ਕੀਤਾ? ਕਹਿੰਦੇ ਤੁਸੀਂ 1.25 ਲੱਖ ਜੁਰਮਾਨਾ ਭਰੋ, ਤੁਸੀਂ ਖੁਸਰੋ ਨੂੰ ਪਨਾਹ ਦਿੱਤੀ ਹੈ, ਉਹਨੂੰ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਾਇਆ ਹੈ ਤੇ ਉਹਨੂੰ ਤੁਸੀਂ ਮਦਦ ਦਿੱਤੀ ਹੈ ਮਾਇਆ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਤੁਹਾਡੇ ਵੱਡੇ ਸੀ ਨਾ ਜਿਹੜੇ ਗੋਇੰਦਵਾਲ ਸਾਹਿਬ ਆ ਕੇ ਉਹ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕ ਗਏ ਸੀ ਅਕਬਰ ਬਾਦਸ਼ਾਹ, ਤੇ ਉਹ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸੀ। ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਵੀ ਆ ਕੇ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਸਕਦਾ, ਕੋਈ ਮਨਾਹੀ ਨਹੀਂ ਹੈ। ਦੂਸਰੀ ਕਹਿੰਦੇ ਤੁਸੀਂ ਮਦਦ ਕੀਤੀ ਹੈ, ਕਹਿੰਦੇ ਮਦਦ ਵੀ ਕੋਈ ਲੈ ਸਕਦਾ। ਗਰੀਬ ਨਿਮਰਤਾ ਦੇ ਨਾਲ ਕੋਈ ਮਦਦ ਮੰਗੇ ਗੁਰੂ ਘਰ ਤੋਂ, ਉਹਨੂੰ ਮਦਦ ਦੇਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਕੀਤੀ ਹੈ ਉਹਨਾਂ ਦੀ ਮਦਦ। ਸੋ ਇਸ ਕਰਕੇ ਇਹਦੇ ਵਿੱਚ ਕੀ ਪਾਪ ਹੋ ਗਿਆ? ਜੇ ਉਹਨਾਂ ਨੇ ਮੰਗੀ ਮਦਦ, ਸਾਡੇ ਵੀ ਸਮਰੱਥਾ ਤੇ ਅਸੀਂ ਕਰ ਦਿੱਤੀ ਮਦਦ ਉਹਨਾਂ ਦੀ। ਕਹਿੰਦੇ ਫਿਰ ਉਸੇ ਕਰਕੇ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਇੱਦਾਂ ਕਰੋ 1.25 ਲੱਖ ਰੁਪਇਆ ਜੁਰਮਾਨਾ ਭਰੋ। ਮਹਾਰਾਜ ਕਹਿੰਦੇ ਸੰਗਤ ਦਾ ਪੈਸਾ, ਇੱਕ ਪੈਸਾ ਵੀ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਜੁਰਮਾਨੇ ਵਜੋਂ। ਇਹ ਗੁਰੂ ਕੀ ਸੰਗਤ ਦਾ 1-1 ਰੁਪਈਆ, 1-1 ਰੁਪਈਏ ਪਿੱਛੇ ਪਤਾ ਨਹੀਂ ਕਿੰਨੀਆਂ ਸੰਗਤਾਂ ਮੰਗਾਂ ਰੱਖਦੀਆਂ ਨੇ ਗੁਰਮੁਖੋ। ਜਦੋਂ ਅਸੀਂ ਕੋਈ ਵੀ ਕੁਛ ਵੀ ਭੇਟਾ ਕਰਦੇ ਹਾਂ ਆ ਕੇ ਗੁਰੂ ਘਰ ਦੇ ਵਿੱਚ, ਤੇ ਉਹਦੇ ਪਿੱਛੇ ਮੰਗਾਂ ਕਿੰਨੀਆਂ ਹੁੰਦੀਆਂ ਨੇ ਤਾਂ ਸਾਨੂੰ ਹੀ ਪਤਾ ਹੈ। ਗੁਰਮੁਖੋ ਭੇਟਾ ਇੰਨੀ ਕੁ ਹੁੰਦੀ ਹੈ, ਮੰਗ ਸਾਡੀ ਐਡੀ ਹੁੰਦੀ ਹੈ ਗੁਰੂ ਮਹਾਰਾਜ ਜੀ ਦੇ ਅੱਗੇ। ਵੱਡੀ ਲਿਸਟ ਬਣਾ ਕੇ ਅਸੀਂ ਗੁਰੂ ਮਹਾਰਾਜ ਜੀ ਦੇ ਅੱਗੇ ਰੱਖ ਦਿੰਦੇ ਹਾਂ। ਇਹੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖੀ ਸੀ, ਕਹਿੰਦੇ ਇਹ ਸੁੱਖਾਂ ਦਾ ਪੈਸਾ, ਸੰਗਤਾਂ ਦਾ ਪੈਸਾ ਅਸੀਂ ਤੁਹਾਨੂੰ ਇੱਕ ਦੁੱਕੀ ਵੀ ਨਹੀਂ ਦੇ ਸਕਦੇ ਇਹਦੇ ਵਿੱਚੋਂ।
ਹੋਰ ਦੱਸੋ। ਫਿਰ ਜਿਹੜਾ ਗੁਰਮੁਖੋ ਜਹਾਂਗੀਰ ਤੇ ਤਾਂ ਚਲਿਆ ਗਿਆ ਕਸ਼ਮੀਰ ਨੂੰ, ਗਰਮੀ ਦੇ ਦਿਨਾਂ 'ਚ ਫਿਰ ਇਹ ਚਲਿਆ ਜਾਂਦਾ ਤੇ ਉੱਧਰ ਨੂੰ ਗੁਰਮੁਖੋ। ਤੇ ਇਹਨਾਂ ਨੂੰ ਦੋ ਬੰਦਿਆਂ ਨੂੰ ਫਿਰ ਜ਼ਿੰਮੇਵਾਰੀ ਸੌਂਪ ਗਿਆ, ਇੱਕ ਮੁਰਦਖਾਂ ਖਾਂ ਤੇ ਦੂਸਰਾ ਗੁਰਮੁਖੋ ਚੰਦੂ। ਹੁਣ ਚੰਦੂ ਨੂੰ ਮੌਕਾ ਮਿਲ ਗਿਆ। ਇਹਨਾਂ ਨੇ ਫਿਰ 5 ਦਿਨ ਮਹਾਰਾਜ ਨੂੰ ਕੋਈ ਜਲ ਪਾਣੀ ਨਹੀਂ ਦਿੱਤਾ ਤੇ ਗੁਰਮੁਖੋ 3 ਦਿਨ ਫਿਰ ਮਹਾਰਾਜ ਜੀ ਨੂੰ ਐਸੇ ਤਸੀਹੇ ਦਿੱਤੇ। ਪਹਿਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਬਲਦੀ ਦੇਗ ਦੇ ਵਿੱਚ ਬਿਠਾਇਆ ਗਿਆ। ਪਾਣੀ ਉਬਲ ਰਿਹਾ ਸੀ ਗੁਰਮੁਖੋ, ਉਹਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਠਾਇਆ। ਮਹਾਰਾਜ ਜੀ ਦਾ ਸਰੀਰ ਕਹਿੰਦੇ ਛਾਲੇ ਛਾਲੇ ਹੋ ਗਿਆ ਸੀ। ਦੂਸਰਾ ਫਿਰ ਗੁਰਮੁਖੋ ਮਹਾਰਾਜ ਜੀ ਦੇ ਸਿਰ 'ਤੇ ਤੱਤਾ ਰੇਤਾ ਪਾਇਆ ਗਿਆ। ਇੱਕ ਪਾਸੇ ਰੇਤਾ ਗਰਮ ਕਰਿਆ ਜਾ ਰਿਹਾ ਸੀ, ਦੂਸਰੇ ਪਾਸੇ ਗੁਰੂ ਮਹਾਰਾਜ ਜੀ ਦੇ ਸਿਰ ਦੇ ਵਿੱਚ ਤੱਤਾ ਰੇਤਾ ਪਾਇਆ ਜਾ ਰਿਹਾ ਸੀ। ਇਸ ਕਰਕੇ ਗੁਰਮੁਖੋ ਤੀਸਰਾ ਕਹਿੰਦੇ ਇੱਕ ਤਵੀ ਤੀ, ਉਹ ਤਵੀ ਬਿਲਕੁਲ ਲਾਲ ਹੋ ਗਈ ਸੀ, ਥੱਲੇ ਲੱਕੜਾਂ ਵਾਲੀਆਂ ਗਈਆਂ, ਉੱਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ। ਤੇ ਉਸ ਵੇਲੇ ਫਿਰ ਮੀਆਂ ਮੀਰ ਜੀ ਆਏ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਆ ਕੇ ਗੁਰਮੁਖੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਤਰਲੋਕੀ ਦੇ ਮਾਲਕਾ, ਖਰੰਡਾ ਬ੍ਰਹਮੰਡਾਂ ਦੇ ਮਾਲਕਾ, ਤੁਸੀਂ ਇਹ ਕੀ ਕਰ ਰਹੇ ਹੋ? ਤੁਹਾਡੇ ਹੱਥ ਦੇ ਵਿੱਚ ਤਾਂ ਇੰਨੀ ਪਾਵਰ ਹੈ, ਤੁਸੀਂ ਇੱਕ ਉਂਗਲ ਦੇ ਨਾਲ ਹੀ ਆਕਾਸ਼ ਨੂੰ ਥੱਲੇ ਤੇ ਇਸ ਧਰਤੀ ਨੂੰ ਆਕਾਸ਼ ਦੇ ਵਿੱਚ ਚੜਾ ਸਕਦੇ ਹੋ, ਤੇ ਇਹ ਤੁਸੀਂ ਕੀ ਕੌਤਕ ਕਰ ਰਹੇ ਹੋ ਤੱਤੀਆਂ ਤਵੀਆਂ ਤੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੀਆਂ ਮੀਰ, ਇਸ ਧਰਤੀ ਤੇ ਰੱਖਣੀਆਂ ਸਨ 2 ਨੀਆਂ, ਇੱਕ ਹਰਮੰਦਰ ਦੀ, ਇੱਕ ਸ਼ਹੀਦੀ ਦੀ। ਹਰਮੰਦਰ ਦੀ ਤੁਸੀਂ ਰੱਖਤੀ, ਸ਼ਹੀਦੀ ਦੀ ਮੈਂ ਰੱਖਣੀ, ਇਹ ਗੱਲ ਹੈ ਮੇਰੇ ਅੰਦਰ ਦੀ। ਦੂਸਰੀ ਗੱਲ, ਜਿੰਨੇ ਮੇਰੇ ਸਿਦਕ ਤੇ ਹੋਏ ਨੇ ਛਾਲੇ, ਉਨੇ ਮੇਰੇ ਸਿੱਖ ਹੋਣਗੇ ਸਿਦਕ ਵਾਲੇ। ਇਹ ਮੈਂ ਸ਼ਹੀਦਾਂ ਦੀ ਨੀਂਹ ਰੱਖਣੀ ਅੱਜ। ਜਿੰਨੇ ਮੇਰੇ ਤਨ ਤੇ ਛਾਲੇ ਨੇ, ਕਿਉਂਕਿ ਮਹਾਰਾਜ ਜੀ ਦਾ ਸਰੀਰ ਬਿਲਕੁਲ ਕਾਲਾ ਹੋ ਚੁੱਕਿਆ ਸੀ। ਮਹਾਰਾਜ ਜੀ ਦੇ ਗੁਰਮੁਖੋ ਜਿਹੜਾ ਉੱਪਰਲਾ ਮਾਸ ਤੇ ਸੜ ਚੁੱਕਿਆ ਸੀ, ਜਿਹੜੀ ਚਰਬੀ ਸੀ ਮਹਾਰਾਜ ਦੀ ਢਲ ਢਲ ਕੇ ਉਸ ਤਵੀ ਤੇ ਜਾ ਕੇ ਪੈ ਰਹੀ ਸੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਤੀ? ਤੇਰਾ ਭਾਣਾ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸ਼ਬਦ ਮਹਾਰਾਜ ਜੀ ਪੜ੍ਹ ਰਹੇ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਗੁਰਮੁਖੋ ਅੱਜ ਦੇ ਦਿਨ ਜਦੋਂ ਮਹਾਰਾਜ ਜੀ ਦਾ ਸਰੀਰ ਬਿਲਕੁਲ ਸੜ ਗਿਆ, ਹੱਡੀਆਂ ਨਿਕਲ ਗਈਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਡੇਰਾ ਸਾਹਿਬ ਗੁਰਦੁਆਰਾ ਹੈ ਨਾ, ਉੱਥੇ ਲਿਜਾ ਕੇ ਫਿਰ ਸ਼ਹੀਦ ਕਰਕੇ ਫਿਰ ਮਹਾਰਾਜ ਜੀ ਦੀ ਬੋਡੀ ਨਹੀਂ ਦਿੱਤੀ। ਵੀ ਬਗਾਵਤ ਹੋ ਜਾਏਗੀ, ਜਲੂਸ ਨਿਕਲਣਗੇ ਤੇ ਮਜਾਰੇ ਹੋਣਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੋਡੀ ਫਿਰ ਗੁਰਮੁਖੋ ਰਾਵੀ ਦੇ ਵਿੱਚ ਕਹਿੰਦੇ ਜਲ ਪ੍ਰਵਾਹ ਕਰ ਦਿੱਤੀ ਤੀ ਇਹਨਾਂ ਜ਼ਾਲਮਾਂ ਨੇ, ਤੇ ਗੁਰੂ ਮਹਾਰਾਜ ਦੀ ਬੋਡੀ ਨਹੀਂ ਦਿੱਤੀ ਸੀ। ਪਿਆਰਿਓ, 5 ਸਿੱਖਾਂ ਨੂੰ ਹੁਕਮ ਕਰ ਦਿੱਤਾ ਸੀ ਕਿ ਜਾਓ। ਇਹ ਤੋਂ ਬਾਅਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਤਾਂ ਪਹਿਲਾਂ ਕਈਆਂ ਨੇ ਲਿਖਿਆ ਵੀ ਦੇ ਗਏ ਸੀ, ਕਈਆਂ ਨੇ ਇਹ ਵੀ ਲਿਖਿਆ 5 ਪੈਸੇ ਨਾਰੀਅਲ, ਜਿੱਦਾਂ ਦਿੱਲੀ ਤੋਂ 8ਵੇਂ ਪਾਤਸ਼ਾਹ ਜੀ ਨੇ ਭੇਜੇ ਸੀ, ਇਸੇ ਤਰ੍ਹਾਂ 5ਵੇਂ ਪਾਤਸ਼ਾਹ ਜੀ ਨੇ ਗੁਰਗੱਦੀ ਦਾ ਗੁਰਮੁਖੋਂ ਸਮਾਨ ਭੇਜਿਆ ਸੀ ਲਾਹੌਰ ਤੋਂ, ਕਹਿ ਦਿੱਤਾ ਤੀ ਵੀ ਇਹ ਲੈ ਕੇ ਜਾਣਾ ਤੁਸੀਂ। ਤੇ ਦੂਸਰੀ ਗੱਲ, ਮਹਾਰਾਜ ਨੇ ਮੀਆਂ ਮੀਰ ਨੂੰ ਇਹ ਵੀ ਕਹਿ ਦਿੱਤੀ ਤੀ ਵੀ ਹੁਣ ਅੱਗੇ ਇੱਥੇ ਤੱਕ ਸ਼ਾਂਤੀ ਦੀ ਹੱਦ ਹੈ, ਹੁਣ ਇੱਥੇ ਹੱਦ ਟੁੱਟ ਗਈ, ਅੱਗੇ ਦੇਖੋ ਕੀ ਹੁੰਦਾ। ਫਿਰ 6ਵੇਂ ਪਾਤਸ਼ਾਹ ਜੀ ਨੇ ਜੋ ਕੀਤਾ ਗੁਰਮੁਖੋ ਆਪਾਂ ਨੂੰ ਪਤਾ ਹੀ ਹੈ। ਇਸ ਕਰਕੇ ਉਹ ਸ਼ਹੀਦੀ ਦਿਹਾੜਾ ਅੱਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਗਤਾਂ ਗੁਰਮੁਖੋ ਜਿੱਥੇ ਜਿੱਥੇ ਗੁਰੂ ਨਾਨਕ ਲੇਵਾ ਗੁਰੂ ਕੀਆਂ ਸੰਗਤਾਂ ਬਸਦੀਆਂ ਨੇ ਭਾਈ, ਮਨਾ ਰਹੀਆਂ ਨੇ। ਸੋ ਹੋਈਆਂ ਭੁੱਲਾਂ ਦੀ ਖੇਮਾ ਕਰਿਓ ਸਾਧ ਸੰਗਤ ਜੀ, ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।